Now determination of molar mass, that is very important qualitative property कि ਅਸੀਂ ਕਿਸੇ qualitative property ਤੋਂ molar mass ਕਿੱਦਾਂ ਕੱਢ ਸਕਦੇ ਹਾਂ। ਮੰਨ ਲਓ ਅਸੀਂ ਹੁਣੇ ਸੋਲਵ ਕੀਤਾ ਕਿ XB is equal to PA naught minus PA upon PA naught। XB ਕੀ ਹੈ ਇਹ ਦੇਖੋ, XB is mole fraction of solute। मान लो NA number of moles of A है, NB number of moles of B है, WA given mass of A, WB given mass of B, MA molar mass of A, MB molar mass of B। ਇਹ ਸਾਰੀਆਂ ਸਾਨੂੰ ਟਰਮਸ ਮੋਲਸ 'ਚ ਚਾਹੀਦੀਆਂ ਹੁੰਦੀਆਂ। ਗਿਵਨ ਮਾਸ ਤੇ ਮੋਲਰ ਮਾਸ ਇਸ ਕਰਕੇ ਅਸੀਂ A ਤੇ B ਦਾ ਮੰਨ ਲਿਆ। NA NB ਮੰਨ ਲਓ ਨੰਬਰ ਆਫ ਮੋਲਸ ਹੈ। ਹੁਣ XB ਅਸੀਂ ਦੇਖਣਾ ਕਿਹਦੇ ਇਕੁਅਲ ਹੈ, ਉਹ ਮੈਂ ਇੱਥੇ ਸੋਲਵ ਕਰਾਂਗੀ। XB is equal to NB upon NA plus NB। XB is equal to WB over MB, moles of B over WA over MA plus WB over MB। बेटा देखो, अगर if the solute is very dilute, sorry, if the solution is very dilute, अगर solution बहुत ज़्यादा dilute है तो फिर solute ਇਹਦਾ ਮਤਲਬ ਬਹੁਤ ਘੱਟ ਹੈ ਸੋਲਵੈਂਟ ਦੇ ਮੁਕਾਬਲੇ। ਠੀਕ ਹੈ, ਤੇ ਅਗਰ ਮੈਂ ਉਹਨਾਂ ਦੋਨਾਂ ਦਾ ਸਮ ਲੈ ਰਹੀ ਹਾਂ ਤੇ ਮੈਨੂੰ ਨਿਗਲੈਕਟ ਕਰ ਸਕਦੀ ਹਾਂ। ਮੰਨ ਲਓ ਇਹ 99.9 ml ਹੈ ਤੇ ਇਹ 0.1 ml ਹੈ, ਤੇ ਮੈਂ ਦੋਨਾਂ ਦੇ ਸਮ 'ਚੋਂ ਇਹਨੂੰ ਨਿਗਲੈਕਟ ਕਰ ਸਕਦੀ ਹਾਂ, ਪਰ ਮੈਨੂੰ ਨਿਊਮੀਨੇਟਰ 'ਚੋਂ ਨਿਗਲੈਕਟ ਨਹੀਂ ਕਰ ਸਕਦੀ। ਲੈਟ ਅਸ ਸੇ, ਇਹ ਲਿਖਣਾ ਨਹੀਂ ਵੈਸੇ ਤੁਹਾਡੇ ਸਮਝਾਉਣ ਲਈ, ਇਹ ਮੰਨ ਲਓ 0.1 ਹੈ ਤੇ ਇੱਥੇ 99.9 plus 0.1, ਮੈਂ ਇਹ ਵਾਲੇ 1 ਨੂੰ ਤੇ 0.1 ਨੂੰ ਨਿਗਲੈਕਟ ਕਰ ਸਕਦੀ ਹਾਂ ਕਿਉਂਕਿ ਇਹ ਲਗਭਗ 100 ਹੈ, ਪਰ ਇਹ 0.1 ਨੂੰ ਨਿਗਲੈਕਟ ਨਹੀਂ ਕਰ ਸਕਦੀ ਕਿਉਂਕਿ ਇਹ ਨਿਊਮੀਨੇਟਰ 'ਚ ਹੈ। ਮੈਥੇਮੈਟੀਕਲ ਟਰਮ ਹੈ, ਤੁਸੀਂ ਸਮਝ ਆ ਗਈ ਹੋਏਗੀ ਤੁਹਾਨੂੰ। ਸੋ ਇੱਥੇ NA plus NB 'ਚ ਮੈਂ NB ਨੂੰ ਨਿਗਲੈਕਟ ਕਰ ਸਕਦੀ ਹਾਂ, ਮਤਲਬ ਇਹ ਟਰਮ ਨੂੰ ਮੈਂ ਨਿਗਲੈਕਟ ਕਰ ਸਕਦੀ ਹਾਂ। ਇਫ ਸੋਲਿਊਟ ਇਜ਼ ਲੈਸ ਦੈਨ ਸੋਲਵੈਂਟ, NB ਦੇ ਮੋਲਸ ਬਹੁਤ ਜ਼ਿਆਦਾ ਘੱਟ ਹੋਣਗੇ NA ਨਾਲੋਂ, ਸੋ NA plus NB is approximately equal to NA। therefore XB ਕਿਹਦੇ ਇਕੁਅਲ ਆ ਗਿਆ, NB over NA। ਜੋ ਵੈਲਿਊ ਕੀ ਆ ਗਈ, WB over MB over WA over MA। ਆ ਦੇਖੋ ਇੱਦਾਂ ਹੀ ਕੀਤਾ ਮੈਂ, NB is less than NA, therefore NB plus NA is approximately equal to NA। XB NB upon NA ਰਹਿ ਗਿਆ, WB over MB WA over MA। ਤੇ ਫਿਰ XB ਦੀ ਵੈਲਿਊ ਦੇਖੋ, WB over MB ਤੇ WA over MA ਉੱਪਰ ਚਲਾ ਗਿਆ। ਹੁਣ ਇੱਚੋਂ ਮੈਂ ਕੀ ਕੱਢਣਾ ਹੈ, ਡਿਟਰਮੀਨੇਸ਼ਨ ਆਫ ਮੋਲਰ ਮਾਸ ਆਫ ਸੋਲਿਊਟ, ਉਹ ਕੀ ਕੱਢਣਾ ਹੈ MB, ਤਾਂ ਮੈਂ MB ਨੂੰ ਇੱਧਰ ਲੈ ਗਈ। ਠੀਕ ਹੈ, ਵੈਸੇ XB ਅਸੀਂ ਪੁੱਛੇ ਸੋਲਵ ਕਰਕੇ ਆਏ ਹਾਂ, PA naught minus PA upon PA naught ਹੈ, ਇਹਨਾਂ ਦੋਨਾਂ ਨੂੰ ਇਕੁਏਟ ਕਰ ਦਿਓ। ਠੀਕ ਹੈ, ਸੋ ਇਹ ਕੀ ਆ ਗਿਆ, PA naught minus PA upon PA naught is equal to WB over MB MA over WA। ਇਹ ਆਪਾਂ ਪਿੱਛੇ ਐਕਸਪਲੇਨ ਕਰਕੇ ਆਏ ਸੀਗੇ, ਇਹ ਆਪਾਂ ਹੁਣ ਸੋਲਵ ਕਰ ਲਿਆ, ਦੋਨਾਂ ਨੂੰ ਇਕੁਏਟ ਕਰ ਲਿਆ। ਇਹਦੇ 'ਚੋਂ MB ਕੱਢਣਾ, MB ਇੱਧਰ ਲੈ ਜਾਓ, ਇੱਧਰ ਆ ਗਿਆ। ਡਿਟਰਮੀਨੇਸ਼ਨ ਆਫ ਮੋਲਰ ਮਾਸ ਆਫ ਸੋਲਿਊਟ ਫਰੋਮ ਕੁਆਲੀਟੇਟਿਵ ਪ੍ਰੋਪਰਟੀ ਦੈਟ ਇਜ਼ ਰਿਲੇਟਿਵ ਲੋਰਿੰਗ ਇਨ ਵੇਪਰ ਪ੍ਰੈਸ਼ਰ ਹੋ ਗਿਆ। ਹੁਣ ਨੈਕਸਟ ਹੈ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਬੇਟਾ ਅਗਰ ਹੁਣ ਵੋਲਾਟਾਈਲ ਸੋਲਿਊਟ ਕਿਸੇ ਸੋਲਿਊਸ਼ਨ 'ਚ ਐਡ ਕਰਾਂਗੇ, ਦਿਸ ਇਜ਼ ਦ ਸੈਕਿੰਡ ਕੁਆਲੀਟੇਟਿਵ ਪ੍ਰੋਪਰਟੀ, ਦਿਸ ਇਜ਼ ਵੈਰੀ ਈਜ਼ੀ, ਡੈਰੀਵੇਸ਼ਨ ਇਜ਼ ਵੈਰੀ ਈਜ਼ੀ। ਅਗਰ ਮੈਂ ਬੋਇਲਿੰਗ ਪੁਆਇੰਟ ਕਿਸੇ ਸੋਲਿਊਸ਼ਨ ਨੂੰ ਬਣਾਵਾਂਗੀ ਸੋਲਿਊਟ ਨੋਨ ਵੋਲਾਟਾਈਲ ਪਾ ਕੇ, ਤੇ ਉਹਦਾ ਬੋਇਲਿੰਗ ਪੁਆਇੰਟ ਸੋਲਿਊਸ਼ਨ ਦਾ ਸੋਲਵੈਂਟ ਨਾਲੋਂ ਵੱਧ ਜਾਏਗਾ। ਮੰਨ ਲਓ ਵਾਟਰ ਸੋਲਵੈਂਟ ਹੈ, ਉਹ 100 ਡਿਗਰੀ ਸੈਲਸੀਅਸ 'ਤੇ ਬੋਇਲ ਕਰਦਾ। ਮੰਨ ਲਓ ਮੈਂ ਉਹ 'ਚ ਨਮਕ ਪਾ ਤਾ, ਹੁਣ ਉਹ ਸੋਲਿਊਸ਼ਨ 100 ਡਿਗਰੀ ਸੈਲਸੀਅਸ 'ਤੇ ਬੋਇਲ ਨਹੀਂ ਕਰੇਗਾ, ਵੱਧ ਟੈਂਪਰੇਚਰ 'ਤੇ ਬੋਇਲ ਕਰੇਗਾ। ਯਾਨੀ ਕਿ ਕਿਸੇ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਪਾਉਣ ਦੇ ਨਾਲ ਉਹਦਾ ਬੋਇਲਿੰਗ ਪੁਆਇੰਟ ਵੱਧ ਜਾਂਦਾ। ਕਿਉਂ? ਬੋਇਲਿੰਗ ਪੁਆਇੰਟ ਇੱਕ ਟੈਂਪਰੇਚਰ ਹੈ ਜਿਹਦੇ 'ਤੇ ਵੇਪਰ ਪ੍ਰੈਸ਼ਰ ਇਕੁਅਲ ਟੂ ਐਟਮੋਸਫੈਰਿਕ ਪ੍ਰੈਸ਼ਰ ਹੋ ਜਾਂਦਾ, ਇਹ ਡੈਫੀਨੇਸ਼ਨ ਹੈ। ਹੁਣ ਸਾਨੂੰ ਪਤਾ ਨੋਨ ਵੋਲਾਟਾਈਲ ਸੋਲਿਊਟ ਪਾਉਣ ਦੇ ਨਾਲ ਵੇਪਰ ਪ੍ਰੈਸ਼ਰ ਜਿਹੜਾ ਆ ਉਹ ਘੱਟ ਜਾਂਦਾ, ਵੇਪਰ ਪ੍ਰੈਸ਼ਰ ਜਿਹੜਾ ਉਹ ਘੱਟ ਜਾਂਦਾ ਹੈ, ਵੇਪਰ ਪ੍ਰੈਸ਼ਰ ਸੋਲਿਊਸ਼ਨ ਦਾ ਘੱਟ ਜਾਏਗਾ। ਹੁਣ ਵੇਪਰ ਪ੍ਰੈਸ਼ਰ ਘੱਟ ਗਿਆ, ਇਹਦਾ ਮਤਲਬ ਇਸ ਵੇਪਰ ਪ੍ਰੈਸ਼ਰ ਨੂੰ ਐਟਮੋਸਫੈਰਿਕ ਪ੍ਰੈਸ਼ਰ ਦੇ ਇਕੁਅਲ ਬਣਾਉਣ ਲਈ ਮੈਨੂੰ ਬਹੁਤ ਜ਼ਿਆਦਾ ਗਰਮ ਕਰਨਾ ਪਏਗਾ। ਦੇਖੋ ਬੋਇਲਿੰਗ ਪੁਆਇੰਟ ਇੱਕ ਟੈਂਪਰੇਚਰ ਹੈ ਵੇਅਰ ਵੇਪਰ ਪ੍ਰੈਸ਼ਰ ਬਿਕਮਸ ਇਕੁਅਲ ਟੂ ਐਟਮੋਸਫੈਰਿਕ ਪ੍ਰੈਸ਼ਰ। ਅਗਰ ਮੈਂ ਨੋਨ ਵੋਲਾਟਾਈਲ ਸੋਲਿਊਟ ਪਾਵਾਂ ਤੇ ਵੇਪਰ ਪ੍ਰੈਸ਼ਰ ਘੱਟ ਜਾਂਦਾ। ਹੁਣ ਉਸ ਵੇਪਰ ਪ੍ਰੈਸ਼ਰ ਨੂੰ ਐਟਮੋਸਫੈਰਿਕ ਪ੍ਰੈਸ਼ਰ ਦੇ ਬਰਾਬਰ ਬਣਾਉਣ ਲਈ ਮੈਨੂੰ ਜ਼ਿਆਦਾ ਹੀਟ ਕਰਨਾ ਪਏਗਾ। ਇਸ ਲਈ ਬੱਚੋ ਨੋਨ ਵੋਲਾਟਾਈਲ ਸੋਲਿਊਟ ਪਾਉਣ ਨਾਲ ਸੋਲਿਊਸ਼ਨ ਦਾ ਬੋਇਲਿੰਗ ਪੁਆਇੰਟ ਵੱਧ ਜਾਂਦਾ।
ਇਹ ਚੀਜ਼ ਸਾਨੂੰ ਗ੍ਰਾਫ ਤੋਂ ਕਲੀਅਰ ਹੋਏਗੀ। ਮੰਨ ਲਓ ਆ ਵੇਪਰ ਪ੍ਰੈਸ਼ਰ ਦਾ ਐਕਸਿਸ ਹੈ, ਆ ਮੋਲ ਟੈਂਪਰੇਚਰ ਦੀ ਐਕਸਿਸ ਹੈ, ਠੀਕ ਹੈ। ਲੈਟ ਅਸ ਸੇ ਇਹ ਜਿਹੜਾ ਰੈੱਡ ਲਾਈਨ ਮੈਂ ਸ਼ੋ ਕੀਤੀ ਦੀ ਆ ਇਹ ਵੇਪਰ ਪ੍ਰੈਸ਼ਰ ਉਦੋਂ ਇੰਨਾ ਆ ਜਿੱਥੇ ਐਟਮੋਸਫੈਰਿਕ ਪ੍ਰੈਸ਼ਰ ਦੇ ਬਰਾਬਰ ਹੈ। ਅਗਰ ਕੱਲਾ ਸੋਲਵੈਂਟ ਹੈ ਇਹਦਾ ਵੇਪਰ ਪ੍ਰੈਸ਼ਰ ਐਟਮੋਸਫੈਰਿਕ ਪ੍ਰੈਸ਼ਰ ਦੇ ਬਰਾਬਰ ਹੋ ਜਾਂਦਾ ਐਕਸ 'ਚ, ਐਕਸ 'ਤੇ। ਅਗਰ ਮੈਂ ਸੋਲਿਊਸ਼ਨ ਬਣਾਤਾ, ਇੱਥੇ ਸੋਲਿਊਸ਼ਨ ਆਏਗਾ, ਤੇ ਇਹਦਾ ਵੇਪਰ ਪ੍ਰੈਸ਼ਰ ਐਟਮੋਸਫੈਰਿਕ ਪ੍ਰੈਸ਼ਰ ਦੇ ਬਰਾਬਰ ਆਉਂਦਾ ਪਿਆ ਡੀ 'ਤੇ। ਐਕਸ ਦੇ ਕੋਰਸਪੋਂਡਿੰਗ ਟੈਂਪਰੇਚਰ ਹੈ TB ਨੋਟ, ਪਿਓਰ ਦਾ ਹੋ ਗਿਆ ਨਾ ਸੋਲਵੈਂਟ ਦਾ, ਤੇ ਵਾਈ ਦੇ ਕੋਰਸਪੋਂਡਿੰਗ ਟੈਂਪਰੇਚਰ ਹੈ TB। ਆਹ ਕਿਹਦਾ ਟੈਂਪਰੇਚਰ ਹੈ? ਪਿਓਰ ਸੋਲਵੈਂਟ ਦਾ। ਆਹ ਕਿਹਦਾ? ਸੋਲਿਊਸ਼ਨ ਦਾ। ਦੇਖੋ ਵੱਧ ਆ ਗਿਆ। अब बॉइलिंग पॉइंट का करव है, यह वेपर प्रैशर है, यह टैंपरेचर है। मान लो रैड लाइन शो करती पई है जिथे वेपर प्रैशर इक्वल टू एटमोसफेरिक प्रैशर है। अगर प्योर सॉल्वेंट है तो वेपर प्रैशर इक्वल टू एटमोसफेरिक प्रैशर इत्थे हो जाता है। ਇਹਦੇ ਕੋਰਸਪੋਂਡਿੰਗ ਟੈਂਪਰੇਚਰ ਹੈ TB ਨੋਟ। ਅਗਰ ਸੋਲਿਊਸ਼ਨ ਹੈ ਤੇ ਵੇਪਰ ਪ੍ਰੈਸ਼ਰ ਇਕੁਅਲ ਟੂ ਐਟਮੋਸਫੈਰਿਕ ਪ੍ਰੈਸ਼ਰ ਇੱਥੇ ਹੋ ਰਿਹਾ, ਇਹਦੇ ਸੌਰੀ ਇੱਥੇ ਜਾਣਾ, ਇਹਦੇ ਕੋਰਸਪੋਂਡਿੰਗ ਟੈਂਪਰੇਚਰ ਹੈ TB। ठीक है बेटा, इन्हां दोनों च डिफरेंस कितना आ गया? डेल्टा TB। सोल्यूशन माइनस सॉल्वेंट, डिफरेंस कितना आ गया? डेल्टा TB। सो दिस इज इंक्रीज इन बॉइलिंग पॉइंट, एलिवेशन इन बॉइलिंग पॉइंट। बेटा मैं ग्राफ तुहानूं बना के दोबारा एक्सप्लेन कर दिंदी है, मैनूं लगदा उत्थों तुहानूं क्लीयर नहीं होया होएगा। मान लो इधर है वेपर प्रैशर, इधर है टैंपरेचर, ठीक है। लेट अस से एटमोसफेरिक प्रैशर हो जाता है, यह ओवली लाइन है। अगर मेरे को प्योर सॉल्वेंट है, इस जगह पे वेपर प्रैशर इक्वल टू एटमोसफेरिक प्रैशर हो गया, इनू मैं कहांगी TB नॉट। अगर सोल्यूशन है, देखो यदा सोल्यूशन का वेपर प्रैशर घट गया तो मैं इत्थों शुरू करांगी ना, क्योंकि सोल्यूशन बनाया नॉन वोलाटाइल सोल्यूट पा के, तो यदे वेपर प्रैशर नालों यदा वेपर प्रैशर घट गया, इस करके मैं ग्राफ नीचे तो शुरू करती पई हाँ। ठीक है बेटा, हुण इत्थे इहदा बॉइलिंग पॉइंट होया क्योंकि इत्थे वेपर प्रैशर इक्वल टू एटमोसफेरिक प्रैशर है, इहदे करस्पोंडिंग टैंपरेचर है TB, तो दोनों च देखो यह टैंपरेचर वध गया इहदे नालों, तो दोनों च फर्क है डेल्टा TB। दिस इज़ एलिवेशन इन बॉइलिंग पॉइंट। ठीक है बेटा, सो दिस इज़ द ग्राफ। इत्थों अगर मैं नोट्स जिहड़े सेंड करने ग्राफ नहीं समझ लगेगा तो मैं अगले पेज ते इक तुहानूं ग्राफ बना देंगी, उत्थों उतार लेना। लास्ट पेज ते मैं ग्राफ बना के फोटो पाऊँगा। हुण एक्सप्लेन किया होया कि AB वेपर प्रैशर सॉल्वेंट दा, CD वेपर प्रैशर सोल्यूशन दा, जो मैं समझाया वो सारा एक्सप्लेन किया होया। ठीक, AB सॉल्वेंट दा, CD सोल्यूशन दा। ठीक है बेटा, टैंपरेचर कोरसपोंडिंग टू X कितना TB नॉट है, मैं सारा तुहानूं एक्सप्लेन करता है, सारा ग्राफ की एक्सप्लेनेशन है। हुण एलिवेशन इन बॉइलिंग पॉइंट इज़ ए कोलीगेटिव प्रॉपर्टी, वो इत्थों एक्सप्लेन होया। ऊपर सारी ग्राफ की एक्सप्लेनेशन है, वो प्लीज़ पढ़ लियो, जो मैं बोलिया वही एक्सप्लेनेशन है। इत्थों कहते एक्सपैरीमेंटली एक चीज़ पता चली है कि दिस एलिवेशन इन बॉइलिंग पॉइंट इज़ डायरैक्टली प्रपोर्शनल टू मोलैलिटी। प्रपोर्शनैलिटी का साइन हटाना हो तो असीं कोई कॉन्सटेंट लगाने कि इनू कहने आपां मोलल एलिवेशन बॉइलिंग पॉइंट कॉन्सटेंट या एबिलियोस्कोपिक कॉन्सटेंट, इत्थे लिखा हुआ है सारा। डेल्टा TB इज़ डायरैक्टली प्रपोर्शनल टू M डेल्टा T, डेल्टा TB इज़ इक्वल टू KBM, where KB is मोलल बॉइलिंग पॉइंट एलिवेशन कॉन्सटेंट और एबिलियोस्कोपिक कॉन्सटेंट। हुण असीं KB नू डिफाइन करना, असीं कहने लेट M इज़ इक्वल टू 1, तो डेल्टा TB किहदे इक्वल आ गया? KB दे। सो मोलल एलिवेशन बॉइलिंग पॉइंट कॉन्सटेंट इज़ elevation in boiling point of that solution whose molality is unity। मोलल एलिवेशन बॉइलिंग पॉइंट कॉन्सटेंट एलिवेशन इन बॉइलिंग पॉइंट के बराबर है उस सोल्यूशन लई जिहदी कंसनट्रेशन मोलैलिटी च 1 है, यानी कि जिहड़ा बनिया 1 मोल सोल्यूट नूं 1000 ग्राम सॉल्वेंट च ऐड करके, यही 1 मोलल की डेफिनेशन है। So KB is elevation in boiling point for a solution which is formed by dissolving 1 mole of solute in 1000 gram of solvent. This is the definition of KB. What is KB? This is very important. This is molar elevation boiling point constant या एबिलियोस्कोपिक constant. हुण सानू पता है कि डेल्टा TB is directly proportional to molality. Molality कित्ते डिपेंड करती पई है? मोल्स ऑफ solute ते, therefore it is a colligative property.
हुण बेटा नैक्सट उही फंडा है कि हाउ टू फाइंड मोलर मास फ्रॉम कोलीगेटिव प्रॉपर्टी। आ मैं सारा एक्सप्लेनेशन इत्थे कीती हुई है, तुहानूं नोट्स बनाउण लई काम आ जाएगी, पर मैं समझा दिंदी हां तुहानूं अलग तो एक बारी डेरीवेशन करके। सानूं पता है बेटा, देखो ध्यान नाल सुनना, एज M इज इक्वल टू मोल्स ऑफ सल्यूट ओवर वेट ऑफ सॉल्वेंट इन ग्राम इंटू 1000। सो M इज इक्वल टू मोल्स ऑफ सल्यूट कितना हो गया, WB ओवर MB, ये सानू सारिਆਂ ਨੂੰ पता है। वेट ऑफ सॉल्वेंट कितना है, WA, ਇਹਦਾ मोलर मास ਲੈਣ ਦੀ ਜ਼ਰੂਰਤ नहीं क्योंकि वेट ऑफ सॉल्वेंट इन ग्राम है गिवन इंटू 1000। सो M इज इक्वल टू कितना आया, WB ओवर MB इंटू WA इंटू 1000। नो दिस M is also equal to delta TB, therefore it is equal to WB over MB इंटू M delta TB है ना, तो मैं पुट करता इंटू WA इंटू 1000। मैं की फाउंड करना है, मोलर मास ऑफ सल्यूट MB, हमेशा पिछे भी MB फाउंड किया, WB अपॉन डेल्टा TB इंटू 1000 ओवर WA, दैट्स ऑल। This is determination of molar mass of solute from colligative property, that is elevation in boiling point। एक गल बड़ी इंपॉर्टेंट बेटा, यह फॉर्मूला न्यूमेरिकल्स च बड़ा यूज होंदा है, प्लीज़ नोट डाउन। डेल्टा TB इज इक्वल टू टैंपरेचर ऑफ सोल्यूशन माइनस टैंपरेचर ऑफ सॉल्वेंट। हमेशा तुहानूं पता है सोल्यूशन का टैंपरेचर वध जाना, एलीवेशन इन बॉइलिंग पॉइंट है तो चेंज सोल्यूशन माइनस सॉल्वेंट। आ याद रखियो, कई बार सानू डेल्टा TB कढ़ के सॉल्वेंट का दिता होंदा, कहंदे सोल्यूशन का टैंपरेचर कढ़ो, डेल्टा TB आपां कढ़ लांगे उपर वाले फार्मूलेस तो, ते T सॉल्वेंट सानू दिता होएगा तो पाया फार्मूला ला के कढ़ लांगे, क्योंकि देयर इज़ एलीवेशन इन बॉइलिंग पॉइंट, देयरफॉर डेल्टा TB एलीवेशन इन बॉइलिंग पॉइंट इज़ इक्वल टू T सोल्यूशन माइनस सॉल्वेंट, क्योंकि सोल्यूशन का वध गया। ठीक है, सो दैट्स ऑल। दो कोलीगेटिव प्रॉपर्टीज़ अज कीतियां, कल होर दो करांगे, फिर इन्हां दे न्यूमेरिकल करांगे। इन्हां दी डेरिवेशन नूं चंगी तरह लर्न करके बेटा कोशिश करियो, लर्न करके रिवाइज करके बिना देखे नोट्स बना के मैनूं सेंड करने अज, क्योंकि यह बहुत ही इंपॉर्टेंट है। गुड लक।